ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਨਾਲ ਜੁੜੀਆਂ ਖਾਸ ਖਬਰਾਂ। ਸਭ ਤੋਂ ਪਹਿਲਾਂ ਸਿੱਧਾ ਰੁਖ ਕਿਸਾਨੀ ਅੰਦੋਲਨ ਦੇ ਵੱਲ ਕਰੀਏ ਤਾਂ ਬੀਤੇ ਦਿਨੀ ਰਾਕੇਸ਼ ਟਕੈਤ ਦੇ ਵੱਲੋਂ ਦਿੱਤੇ ਗਏ ਬਿਆਨ ਨੂੰ ਲੈ ਕੇ ਹੁਣ ਚਰਚਾਵਾਂ ਕਾਫੀ ਤੇਜ਼ ਨੇ। ਰਾਕੇਸ਼ ਟਕੈਤ ਨੇ ਬੀਤੇ ਦਿਨੀ ਬਿਆਨ ਦਿੱਤਾ ਸੀ ਕਿ ਜੇਕਰ ਖੇਤੀ ਕਾਨੂੰਨ नहीं रद्द होंगे तो जेकर आने वाले दिनों के सानू फसलों को लैके भी कोई फैसला लेना पिया तो असीं वो भी लवांगे। पर उस बयान नूं कुछ किसानों के वलों इस कदर लिया गया कि खुद ही अपनियां फसलों को नष्ट किया जा रहा है, जिसनूं लैके हुण गुरनाम सिंह चौधरी ने अपील की है किसानों नूं। उन्हां दा कहना है कि अजिहे फैसले ना किसान करन क्योंकि इस दे नाल नुकसान किसानों का ही होवेगा। कई जगह से खबरें आ रही हैं कि किसान अपनी फसल को जोत रहा है। देख के बड़ा दुख होता है। ये फसल हमने बच्चों की तरह पाली है, लेकिन उसको जोतना बहुत एक दुखदाई है। और हमारे जो किसान भाई बहाव में आके ये काम कर रहे हैं, हम उनको बता देना चाहते हैं कि इससे कुछ सरकार मानने वाली नहीं है। अरे हमारे 10-15 तो आत्महत्या कर गए, उनसे तो सरकार माननी नहीं। सरकार के बार में आके 12 एक संत आत्महत्या कर गया गोली मार के, उससे तो सरकार माननी नहीं। क्या फसल जोतने से मान जाएगी? जो टिकैत साहब ने कहा है, उन्होंने तो एक आपको तैयार रहने के लिए कहा था कि ज़रूरत पड़ी तो हम अपनी फसलें जला देंगे। उन्होंने कब कहा था कि उनको जोतना शुरू कर दो? आप कब कहा था? उन्होंने कौन से मैसेज में कहा टिकैत साहब ने कि फसलें जोतना शुरू कर दो? इतने भाव में मत आया करो। मेरी बेनती है, मेरी हाथ जोड़ के प्रार्थना है कि कोई भाई अपनी फसल ना जोते, कोई भाई अपनी फसल नष्ट ना करे। उधर खेतीबाड़ी मंत्री नरेंद्र तोमर के बयान तो बाद भी सियासत पखी हुई है। इस नूं लैके राकेश टकैत ने जवाब दिता है। कमेटी के लोग हैं, हमारे 40 आदमी हैं, सब लोगों ने उन पर विश्वास जताया है। हमारे लोगों पर खान पंचायत में विश्वास जताया, हरियाणा पूरे हिंदुस्तान के नौजवानों ने विश्वास जताया, यहाँ के किसानों ने विश्वास जताया है। खान पंचायतों का सपोर्ट इस तरह से 40 लोगों को जो मेंबर है उनको मिला हुआ है। पूरे देश में ये जाएंगे ना, इन्हें दिल्ली से भेजा गया है कि जितने भी मेंबर पार्लियामेंट है आप गाँव में जाके बात करो। कल ही गए, पहले दिन गए, इनको रिजल्ट मिलने शुरू हो गए। पहले ही दिन कोई बैठाने को जगह नहीं है इनकी गाँवों में कहीं पर। आप अपना एक टुकड़ा बना के रखो, एक ध्यान छोटा नहीं है उसको वहां पे दे दिया। वो गांव के लोगों का ध्यान था। ਮੋਦੀ ਨੇ ਜੋ ਕੁਝ ਕਿਹਾ ਉਹ ਕਿਸਾਨਾਂ ਦੇ ਦਿਲ ਦੇ ਉੱਤੇ ਉਕਰਿਆ ਗਿਆ। ਜੋ ਪਾਰਲੀਮੈਂਟ ਦੇ ਵਿੱਚ ਸ਼ਬਦਾਵਲੀ ਵਰਤੀ ਗਈ, ਉਹਨੇ ਕਿਸਾਨਾਂ ਨੂੰ ਪੈਰਾਸਾਈਟਸ ਕਿਹਾ। ਪੈਰਾਸਾਈਟ ਸਭ ਤੋਂ ਵੱਡੀ ਗੱਲ ਹੈ। ਗਲੀ ਦੇ ਗੰਦੇ ਕੀੜੇ ਕਿਹਾ ਗਿਆ ਕਿਸਾਨਾਂ ਨੂੰ। ਜਿਹਨੂੰ ਅੰਨਦਾਤਾ ਕਹਿੰਦਾ ਸੀ ਉਹਨੂੰ ਗਲੀ ਦੇ ਗੰਦੇ ਕੀੜੇ ਕਿਹਾ। ਇਹਦਾ ਮਤਲਬ ਮੋਦੀ ਸਰਕਾਰ ਬਿਲਕੁਲ ਮਾਨਸਿਕ ਤੌਰ 'ਤੇ ਆਪਣਾ ਸੰਤੁਲਨ ਗਵਾ ਚੁੱਕੀ ਹੈ। ਅੱਜ ਸਾਰੇ ਦੇਸ਼ ਦਾ ਇਹ ਜਨ ਅੰਦੋਲਨ ਬਣ ਗਿਆ। ਪਿਛਲੇ ਦਿਨੀ ਅਸੀਂ ਜਦੋਂ ਜਿਹੜਾ ਸੀ ਟ੍ਰੈਫਿਕ ਜਾਮ ਕਰਨ ਦੀ ਕਾਲ ਦਿੱਤੀ ਸੀ, ਉਦੋਂ 21 ਰਾਜਾਂ ਵਿੱਚ ਇਹ ਅੰਦੋਲਨ ਫੈਲ ਚੁੱਕਾ ਸੀ। ਹੁਣ ਜਦੋਂ 18 ਤਾਰੀਖ ਨੂੰ ਰੇਲ ਰੋਕੋ ਹੋਇਆ, ਦੇਸ਼ ਦੇ 736 ਜ਼ਿਲ੍ਹਿਆਂ ਵਿੱਚੋਂ 7 ਜ਼ਿਲ੍ਹਿਆਂ ਵਿੱਚ ਸਫਲ ਔਰ ਪੀਸਫੁਲ ਜਿਹੜੇ ਸੀ ਰੇਲ ਰੋਕੋ ਅੰਦੋਲਨ ਹੋਇਆ। ਅਤੇ ਅੱਜ ਕੱਲ੍ਹ ਆਮ ਲੋਕਾਂ ਦੇ ਵਿੱਚ ਇੱਕ ਦੌੜ ਲੱਗ ਗਈ ਹੈ। ਪੰਚਾਇਤਾਂ ਇਕੱਠੀਆਂ ਹੁੰਦੀਆਂ, ਹਰ ਜਗ੍ਹਾ ਮਹਾਂ ਰੈਲੀ ਰੱਖ ਦਿੰਦੀਆਂ। ਸਾਡੇ ਲਈ ਭਾਵੇਂ ਸਾਨੂੰ ਜਾਣਾ ਪੈਂਦਾ ਅਟੈਂਡ ਕਰਨ ਲਈ, ਪਰ ਸਾਡੇ ਲਈ ਮੁਸ਼ਕਿਲ ਇਹ ਹੈ ਵੀ ਉੱਧਰ ਮੋਰਚਾ ਛੱਡ ਕੇ ਜਾਣਾ ਬੜਾ ਔਖਾ ਹੁੰਦਾ ਹੈ। ਦੂਸਰੇ ਪਾਸੇ ਭਾਈਚਾਰੇ ਦੀ ਮੰਗ ਨੂੰ ਵੀ ਠੁਕਰਾਇਆ ਨਹੀਂ ਜਾ ਸਕਦਾ। ਫਿਰ ਵੀ ਅਸੀਂ ਆਪਣੇ ਭਾਈਚਾਰੇ ਨੂੰ ਬੇਨਤੀ ਕਰਾਂਗੇ ਕਿ ਹੁਣ ਆਓ ਆਪਾਂ ਸਾਰੇ ਰਲ ਕੇ ਮੋਰਚੇ ਦੇ ਨਿਸ਼ਾਨੇ 'ਤੇ ਉਪੜੀਏ, ਇੱਥੇ ਵੱਧ ਤੋਂ ਵੱਧ ਗਿਣਤੀ 'ਚ ਪਹੁੰਚੀਏ ਔਰ ਇਹਨੂੰ ਹੋਰ ਅੱਗੇ ਵਧਾਈਏ। ਉਧਰ ਨਰਿੰਦਰ ਤੋਮਰ ਦੇ ਬਿਆਨ ਨੂੰ ਲੈ ਕੇ ਪੰਜਾਬ ਦੇ ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਨੇ ਬਿਆਨ ਦਿੰਦਿਆਂ ਗੰਭੀਰ ਆਰੋਪ ਲਾਏ ਨੇ ਤੇ ਸਿੱਧੇ ਤੌਰ ਦੇ ਉੱਤੇ ਭਾਜਪਾ ਨੂੰ ਕਰੜੇ ਨਿਸ਼ਾਨੇ ਦੇ ਉੱਤੇ ਰੱਖਿਆ। ਸਾਰਾ ਪੰਜਾਬ ਦੇ ਲੋਕ ਕਿਸਾਨ ਦੇ ਇਸ ਸੰਘਰਸ਼ ਦੇ ਵਿੱਚ ਉਸ ਦੇ ਨਾਲ ਖੜੇ ਹੈ, ਕਿਉਂਕਿ ਪੰਜਾਬ ਦਾ ਕਿਸਾਨ ਤੇ ਗਰੀਬ ਮਜ਼ਦੂਰ, ਛੋਟਾ ਦੁਕਾਨਦਾਰ, ਆੜ੍ਹਤੀਆ, ਇਹਨਾਂ ਨੇ ਹਮੇਸ਼ਾ ਪਰਿਵਾਰ ਦੇ ਰੂਪ ਦੇ ਵਿੱਚ ਆਪਣਾ ਕੰਮ ਕੀਤਾ ਹੈ। ਇਹਨਾਂ ਨੇ ਕਦੇ ਵੀ ਆਪਣੇ ਤੇ ਆਪਣੇ ਬੱਚਿਆਂ ਦੀ ਪੇਟ ਦੀ ਪਰਵਾਹ ਨਹੀਂ ਕੀਤੀ ਔਰ ਇਸ ਦੇਸ਼ ਦਾ ਢਿੱਡ ਭਰਨ ਦਾ ਕੰਮ ਪੰਜਾਬ ਦੀ ਜਨਤਾ ਨੇ ਕੀਤਾ। ਔਰ ਇਸੇ ਕਰਕੇ ਲਗਾਤਾਰ ਪਿਛਲੇ 5-6 ਮਹੀਨਿਆਂ ਤੋਂ ਜੋ ਸੰਘਰਸ਼ ਚੱਲ ਰਿਹਾ, ਪਹਿਲਾਂ ਪੰਜਾਬ 'ਚ ਚੱਲ ਰਿਹਾ ਸੀ ਤੇ ਹੁਣ ਦਿੱਲੀ ਦੇ ਬਾਰਡਰ ਤੇ ਚੱਲ ਰਿਹਾ, ਉਹਦੇ ਵਿੱਚ ਪੰਜਾਬ ਸਰਕਾਰ ਨੇ
ਕੈਪਟਨ ਅਮਰਿੰਦਰ ਸਿੰਘ ਜੀ ਦੀ ਕਾਂਗਰਸ ਪਾਰਟੀ ਦੀ ਸਰਕਾਰ ਨੇ ਉਸ ਸੰਘਰਸ਼ ਨੂੰ ਜ਼ੋਰਦਾਰ ਤਰੀਕੇ ਨਾਲ ਹਮੇਸ਼ਾ ਪਹਿਲੇ ਦਿਨ ਤੋਂ ਸਪੋਰਟ ਕੀਤਾ ਹੈ। ਅਸੀਂ ਕਿਸਾਨ ਦੇ ਨਾਲ ਹੈ। ਕਿਸਾਨ ਸੰਘਰਸ਼ ਦੇ ਵਿੱਚ ਜੋ ਅਸੀਂ ਹਿੱਸਾ ਪਾ ਸਕਦੇ ਉਸ ਦੇ ਵਾਸਤੇ ਸਾਡੀ ਸਰਕਾਰ ਦੀ ਪੂਰੀ ਸਹਿਮਤੀ ਹੈ। ਔਰ ਜੋ ਤੋਮਰ ਸਾਹਿਬ ਦਾ ਬਿਆਨ ਹੈ ਇਹ ਬਹੁਤ ਹੀ ਮਾੜੀ ਗੱਲ ਹੈ ਜੇ ਅੱਜ ਇੰਨੇ ਸੰਘਰਸ਼ ਤੋਂ ਬਾਅਦ ਵੀ ਉਹ ਐਸੀ ਗੱਲ ਕਰ ਰਹੇ। ਉਧਰ ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਚੰਡੀਗੜ੍ਹ ਦੇ ਵਿੱਚ ਹੋਈ ਹੈ। ਇਸ ਬੈਠਕ ਦੀ ਅਗਵਾਈ ਜਿਹੜੀ ਆ ਖੁਦ ਖਾਸ ਤੌਰ ਦੇ ਉੱਤੇ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਕੀਤੀ ਗਈ ਆ। ਸੁਖਵੀਰ ਬਾਦਲ ਨੇ ਇਸ ਦਰਮਿਆਨ ਕਈ ਗੰਭੀਰ ਵਿਸ਼ਿਆਂ ਦੇ ਉੱਤੇ ਚਰਚਾ ਕੀਤੀ ਹੈ ਤੇ ਨਾਲ ਹੀ ਉਹਨਾਂ ਨੇ ਐਲਾਨ ਕੀਤਾ ਹੈ ਕਿ 1 ਮਾਰਚ ਨੂੰ ਉਹਨਾਂ ਦੇ ਵੱਲੋਂ ਵਿਧਾਨ ਸਭਾ ਦਾ ਘਿਰਾਓ ਕੀਤਾ ਜਾਵੇਗਾ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਚੋਣ ਵਾਅਦੇ ਨਹੀਂ ਪੁਗਾਏ। ਹੁਣ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਹੈ 1 ਮਾਰਚ ਤੋਂ ਸ਼ੁਰੂ ਹੋ ਰਿਹਾ, ਉਸ ਝੂਠੀ ਸਹੁੰ ਖਾ ਕੇ ਵਿਸ਼ਵਾਸਘਾਤ ਕਰਨ ਦੇ ਖਿਲਾਫ ਸਾਰੇ ਜਿਹੜੇ ਪੰਜਾਬ ਦੇ ਲੋਕਾਂ ਦੇ, ਚਾਹੇ ਵਿਦਿਆਰਥੀਆਂ ਦਾ, SC BC ਦਾ ਸਕਾਲਰਸ਼ਿਪ ਦਾ ਇਸ਼ੂ ਵੀ ਹੈ, ਜਿੰਨੇ ਵੀ ਹੋਰ ਇਸ਼ੂ ਹੈ, ਸਾਰਿਆਂ ਦੇ ਖਿਲਾਫ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਨੇ 1 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਵਿਧਾਨ ਸਭਾ ਦਾ ਘਿਰਾਓ ਕਰਨ ਦਾ ਜਿਹੜਾ ਉਹ ਫੈਸਲਾ ਕੀਤਾ। ਪਹਿਲਾਂ ਸਾਰੇ ਜਿਹੜੀ ਸੈਕਟਰ 25 ਦੀ ਗਰਾਊਂਡ ਹੈ ਉੱਥੇ ਪਾਰਟੀ ਦੇ ਵਰਕਰ ਇਕੱਠੇ ਹੋਣਗੇ, ਉੱਥੋਂ ਇਕੱਠੇ ਹੋ ਕੇ ਫਿਰ ਅਸੀਂ ਪੰਜਾਬ ਵਿਧਾਨ ਸਭਾ ਵੱਲ ਮਾਰਚ ਜਿਹੜਾ ਕਰਾਂਗੇ। ਔਰ ਪੰਜਾਬ ਸਰਕਾਰ ਨੇ ਜਿਹੜਾ ਵੱਡਾ ਵਿਸ਼ਵਾਸਘਾਤ ਕੀਤਾ ਇਹਨਾਂ ਨੂੰ ਉਹਦੀ ਯਾਦ ਦਿਲਾਵਾਂਗੇ। ਇੱਕ ਜਿਹੜਾ ਮਿਊਨਿਸਪਲ ਕਮੇਟੀਆਂ ਦੀਆਂ ਇਲੈਕਸ਼ਨਾਂ ਦੇ ਵਿੱਚ ਡੈਮੋਕ੍ਰੇਸੀ ਦਾ ਮਰਡਰ ਹੋਇਆ, ਪਹਿਲੇ ਦਿਨ ਤੋਂ ਲੈ ਕੇ ਲਗਾਤਾਰ ਜਿਹੜੀ ਹੈਗੀ ਹੈ ਹਰ ਪੜਾਅ ਦੇ ਉੱਤੇ ਜਿਹੜੀ ਵੱਡੀ ਬੇਈਮਾਨੀ ਹੋਈ ਹੈ, ਉਹਦੇ ਵਿੱਚ ਜਿਹੜਾ ਪੰਜਾਬ ਸਰਕਾਰ ਦਾ ਰੋਲ, ਪ੍ਰਸ਼ਾਸਨ ਦਾ ਰੋਲ, ਪੁਲਿਸ ਦਾ ਰੋਲ ਔਰ ਖਾਸ ਤੌਰ ਤੇ ਜਿਹੜਾ ਇਲੈਕਸ਼ਨ ਕਮਿਸ਼ਨ ਜਿਹੜਾ ਸੂਬੇ ਦਾ ਉਹਦਾ ਜਿਹੜਾ ਰੋਲ ਹੈ ਉਹਦੀ ਵੀ ਜਿਹੜੀ ਹੈ ਸਖਤ ਲਫ਼ਜ਼ਾਂ ਦੇ ਵਿੱਚ ਮਤਾ ਪਾਸ ਕਰਕੇ ਨਿਖੇਧੀ ਕੀਤੀ ਗਈ ਹੈ। ਔਰ ਜਿਹੜੀ ਹੈ ਨਨਕਾਣਾ ਸਾਹਿਬ ਜਿਹੜਾ ਜਥਾ ਸਾਕਾ ਨਨਕਾਣਾ ਸਾਹਿਬ ਦੀ ਸ਼ਤਾਬਦੀ ਦੇ ਮੌਕੇ ਦੇ ਉੱਤੇ ਜਾਣਾ ਸੀ, ਉਸ ਜਥੇ ਨੂੰ ਰੋਕ ਕੇ ਜਿਹੜਾ ਬਹੁਤ ਹੀ ਮਾੜਾ ਕੰਮ ਮੈਂ ਕਹਿ ਸਕਦਾ, ਜਿਹਦੇ ਨਾਲ ਸਾਰੀ ਸਿੱਖ ਕੌਮ ਦੇ ਹਿਰਦਿਆਂ ਨੂੰ ਬਹੁਤ ਗਹਿਰੀ ਸੱਟ ਵੱਜੀ ਹੈ, ਉਹਦੇ ਖਿਲਾਫ ਮਤਾ ਪਾਸ ਕਰਕੇ ਤੇ ਉਹ ਵੀ ਕੇਂਦਰ ਸਰਕਾਰ ਦੀ ਵੀ ਨਿਖੇਧੀ ਕੀਤੀ ਗਈ ਹੈ, ਪੰਜਾਬ ਸਰਕਾਰ ਦੀ ਵੀ ਨਿਖੇਧੀ ਕੀਤੀ ਗਈ ਹੈ ਕਿ ਇਹਨੇ ਵੀ ਜਥੇ ਦੇ ਨੂੰ ਪਰਮਿਸ਼ਨ ਦੇਣ ਦੇ ਵਿੱਚ ਕੋਈ ਰੋਲ ਜਿਹੜਾ ਉਹ ਨਹੀਂ ਪਲੇ ਕੀਤਾ। ਉਧਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਉੱਤੇ ਵੀ ਸਿਆਸਤ ਲਗਾਤਾਰ ਪੱਖੀ ਹੋਈ ਹੈ। ਇਸੇ ਦਰਮਿਆਨ ਵੱਖ-ਵੱਖ ਤਰ੍ਹਾਂ ਦੇ ਬਿਆਨ ਸਾਹਮਣੇ ਆ ਰਹੇ ਨੇ। ਇਸ ਨੂੰ ਲੈ ਕੇ ਪੰਜਾਬ ਦੇ ਮੰਤਰੀਆਂ ਦੇ ਬਿਆਨ ਨੇ ਤੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਦਾ ਵੀ ਬਿਆਨ ਹੈ। ਉਹ ਬਿਆਨ ਸੁਣਦਿਆਂ ਤੇ ਨਾਲ ਹੀ ਭਾਜਪਾ ਆਗੂ ਤਰੁਣ ਚੁੱਗ ਨੇ ਵਿਰੋਧੀਆਂ ਦੇ ਹਰ ਇੱਕ ਬਿਆਨ ਦਾ ਜਵਾਬ ਦਿੱਤਾ। ਈਰਾਨੀ ਜੀ ਤੋਂ ਪੁੱਛਣ ਵਾਲਾ ਜਿਹੜੇ 5 ਰੁਪਏ ਨੂੰ ਲੈ ਕੇ ਨੋਟੰਕੀ ਕਰਦੇ ਹੁੰਦੇ ਸੀਗੇ, ਅੱਜ ਕਿਉਂ ਨਹੀਂ ਬੋਲਦੇ? ਅੱਜ ਜਦੋਂ 100 ਰੁਪਏ ਜਾਂ 100 ਦੇ ਸੈਂਕੜਾ ਪਾਰ ਕਰੀ ਬੈਠੇ ਹੈ, ਕਿਉਂ ਨਹੀਂ ਬੋਲਦੀ ਸਰਕਾਰ? ਕਿਉਂ ਇਹਨਾਂ ਲੋਕਾਂ ਦੇ ਮੂੰਹ ਤੇ ਅੱਜ ਤਾਲੇ ਲੱਗੇ ਹੋਏ ਹੈ? ਮਸਲਾ ਗਰੀਬਾਂ ਦਾ ਹੈ, ਮਸਲਾ ਲੋਕਾਂ ਦਾ ਹੈ, ਮਸਲਾ ਹਿੰਦੁਸਤਾਨ ਦਾ ਹੈ। ਉਹਦੇ ਵਿੱਚ ਕਿਸਾਨ ਵੀ ਹੈ, ਮਜ਼ਦੂਰ ਵੀ ਹੈ, ਨੌਜਵਾਨ ਵੀ ਹੈ, ਮਿਡਲ ਵਰਗ ਵੀ ਹੈ। ਕੋਈ ਕਿਹੜਾ ਵਰਗ ਹੈ ਜਿਹੜਾ ਇਹਦੇ ਨਾਲ ਪ੍ਰਭਾਵਿਤ ਨਹੀਂ? ਕੀਮਤਾਂ ਘਟਣੀਆਂ ਚਾਹੀਦੀਆਂ। 2008 ਦੇ ਆંકੜੇ ਮੈਂ ਹੁਣੇ ਦੇਖ ਰਿਹਾ ਸੀ ਗੱਡੀ 'ਚ ਉਤਰਨ ਤੋਂ ਪਹਿਲਾਂ, $108 ਕੱਚਾ ਤੇਲ ਸੀਗਾ ਤੇ ਉਦੋਂ 2008 ਦੇ ਅੰਦਰ 45 ਰੁਪਏ ਪੈਟਰੋਲ ਸੀਗਾ। ਅੱਜ 60 ਰੁਪਏ $60 ਦੇ ਕਰੀਬ ਜਿਹੜਾ ਕਰੂਡ ਕੱਚਾ ਤੇਲ ਹੈ ਤੇ ਅੱਜ 100 ਰੁਪਏ ਨੂੰ ਪੈਟਰੋਲ ਹੋਇਆ ਖੜਾ। ਇਹਦਾ ਜਵਾਬ ਕੌਣ ਦੇਊਗਾ? ਸਮਰਿਤੀ ਜੀ ਤਾਂ ਦੇ ਨਹੀਂ ਸਕਦੇ ਜਵਾਬ, ਨਾ ਸੀਤਾਰਮਨ ਜੀ ਦੇ ਸਕਦੇ। ਜਵਾਬ ਦੇਣਾ ਪਊਗਾ ਮੋਦੀ ਸਾਹਿਬ ਨੂੰ। ਮੋਦੀ ਸਾਹਿਬ ਭੱਜ ਰਹੇ ਇਹਨਾਂ ਗੱਲਾਂ ਤੋਂ। ਮੋਦੀ ਸਾਹਿਬ ਵਧਾਈਆਂ ਲੈ ਰਹੇ। ਬੀਜੇਪੀ ਦੇ ਅੰਦਰ ਵੀ ਬਹੁਤ ਅੱਛਾ ਕਾਨੂੰਨ ਲੈ ਕੇ ਆਏ ਹੈ। ਮਸਲਾ ਲੋਕਾਂ ਦਾ ਹੈ, ਲੋਕਾਂ ਦੀ ਗੱਲ ਸੁਣੋ ਤੇ ਲੋਕਾਂ ਦੀ ਗੱਲ ਕਰੋ। ਮੋਦੀ ਸਾਹਿਬ ਨਾ ਮੈਂ ਤਾਂ ਕੀ ਕਹਿਣਾ, ਮੈਂ ਤਾਂ ਕਹਿ ਰਿਹਾ ਕਿ ਇਹ ਲੋਕਾਂ ਦੀ ਹਮਦਰਦ ਸਰਕਾਰ ਹੀ ਨਹੀਂ ਹੈ ਕੇਂਦਰ ਦੀ ਸਰਕਾਰ। ਇਹ ਤਾਂ ਜਦੋਂ ਚੋਣਾਂ ਆਉਂਦੀਆਂ ਉਦੋਂ 5-5 ਕਿਲੋ ਦੇ ਸਿਲੰਡਰ ਮੁਫਤ ਵੰਡ ਦਿੰਦੀ ਹੈ ਤਾਂ ਕਿ ਲੋਕਾਂ ਦੀਆਂ ਵੋਟਾਂ ਲੈ ਲਈਆਂ। ਤੇ ਵੋਟਾਂ ਲੈਣ ਤੋਂ ਬਾਅਦ ਅੱਜ ਚਾਹੇ ਸਿਲੰਡਰ ਦੀ ਗੱਲ ਹੈ ਤੇ ਚਾਹੇ ਪੈਟਰੋਲ ਦੀ ਗੱਲ ਹੈ ਤੇ ਚਾਹੇ ਡੀਜ਼ਲ ਦੀ ਗੱਲ ਹੈ, ਕਿਸਾਨ ਆਪਣੇ ਖੇਤ 'ਚ ਡੀਜ਼ਲ ਬਾਲਦਾ। ਪੈਟਰੋਲ ਦੇ ਉੱਪਰ ਲੋਕ ਆਪਣੀਆਂ ਗੱਡੀਆਂ ਤੇ ਸਕੂਟਰਾਂ ਦੇ ਉੱਪਰ ਆਪਣੀ ਆਵਾਜਾਈ ਕਰਦੇ ਹੈ ਤੇ ਘਰ 'ਚ ਅੱਜ ਸਾਰੇ ਚੁੱਲ੍ਹੇ ਜਿਹੜੇ ਲੋਕ ਪਹਿਲਾਂ ਪਾਥੀਆਂ ਬਾਲਦੇ ਸੀ, ਅੱਜ ਦੁਬਾਰਾ ਪਾਥੀਆਂ ਬਾਲਣ ਤੇ ਆ ਜਾਣਗੇ ਕਿਉਂਕਿ ਇਸ ਤਰੀਕੇ ਦੀ ਇਹ ਸਰਕਾਰ ਨੇ ਆਪਣੀ ਰਵੱਈਆ ਕਰ ਰੱਖਿਆ। ਤੋ ਇਸ ਕਰਕੇ ਬੀਜੇਪੀ ਦੀ ਮੋਦੀ ਸਰਕਾਰ ਨੇ ਜੋ ਸਰਕਾਰ ਦੇ ਵਿੱਚ ਕੰਮ ਕਰ ਰੱਖਿਆ ਇਹ ਬਹੁਤ ਗਲਤ ਹੈ। ਅੱਜ ਪੂਰੇ ਦੇਸ਼ ਦੀ ਜਨਤਾ ਇਸ ਗੱਲ ਤੋਂ ਬਹੁਤ ਵੱਡੇ ਪੈਮਾਨੇ ਤੇ ਦੁਖੀ ਹੈ। ਪੈਟਰੋਲ ਦੇ ਦਾਮਾਂ ਦੇ ਉੱਤੇ ਬਚਕਾਨੀਆਂ ਰਾਜਨੀਤਿਕ ਹਰਕਤਾਂ ਕਰ ਰਹੇ, ਵਿਦੇਸ਼ੀ ਇਟਲੀ ਦੇ ਸਾਈਕਲ ਦੇ ਉੱਤੇ
ਨਿਕਲ ਕੇ ਰੋਬਰਟ ਵਾਡਰਾ ਇੱਕ ਫਿਲਮੀ ਡਰਾਮੇ ਤੋਂ ਜ਼ਿਆਦਾ ਕੁਝ ਨਹੀਂ, ਜਦ ਕਿ ਇਹਨਾਂ ਨੂੰ ਆਪਣੀ ਮੰਜੇ ਥੱਲੇ ਸੋਟਾ ਮਾਰਨਾ ਚਾਹੀਦਾ ਹੈ ਕਿ ਕਾਂਗਰਸ ਦੇ 10 ਸਾਲਾਂ 'ਚ ਪੈਟਰੋਲ ਦੇ ਡੀਜ਼ਲ ਦੇ ਦਾਮ 160% ਵਧੇ ਔਰ ਐਨਡੀਏ ਦੀ ਸਰਕਾਰ 'ਚ ਲਗਭਗ 16% ਦਾਮ ਵਧੇ। ਅਸੀਂ 6 ਸਾਲਾਂ 'ਚ 16% ਵਧਾਏ, ਇਹਨਾਂ ਨੇ 10 ਸਾਲਾਂ 'ਚ 160% ਵਧਾਏ। ਔਰ ਸਾਡੇ ਜਿਹੜੇ ਦਾਮ ਵਧੇ ਨੇ ਉਹਦੇ ਪਿੱਛੇ ਇੰਟਰਨੈਸ਼ਨਲ ਰੀਜ਼ਨ ਨੇ, ਇੰਟਰਨੈਸ਼ਨਲ ਮਾਰਕੀਟ ਰੀਜ਼ਨ ਨੇ। ਬੜਾ ਦੁਖਦ ਹੈ ਕਿ ਇਸ ਤਰ੍ਹਾਂ ਦੀਆਂ ਚੀਪ ਹਰਕਤਾਂ ਕਰਕੇ ਰਾਹੁਲ ਗਾਂਧੀ ਜੀ, ਪ੍ਰਿੰਕਾ ਜੀ ਔਰ ਰੋਬਰਟ ਵਾਡਰਾ ਦੇਸ਼ ਦੀ ਜਨਤਾ ਨੂੰ ਮੂਰਖ ਬਣਾਉਣ ਦਾ ਪ੍ਰਯਾਸ ਕਰ ਰਹੇ, ਜਦਕਿ ਦੇਸ਼ ਦੀ ਜਨਤਾ ਜਾਣਦੀ ਹੈ ਇਹ ਉਹੀ ਕਾਂਗਰਸ ਹੈ ਜਿਹਦੇ ਰਾਜ 'ਚ 140 ਰੁਪਏ 160 ਰੁਪਏ ਕਿਲੋ ਦਾਲ ਸੀ, ਅੱਜ ਮੋਦੀ ਦੇ ਰਾਜ 'ਚ 70 ਰੁਪਏ 60 ਰੁਪਏ ਕਿਲੋ ਦਾਲ ਹੈ। ਇਹ ਉਹੀ ਕਾਂਗਰਸ ਹੈ ਜਿਹਦੇ ਸਮੇਂ ਦੇ ਅੰਦਰ ਮਹਿੰਗਾਈ ਚਰਮ ਸੀਮਾ ਤੇ ਸੀ ਔਰ ਉਹਦੇ ਵਾਸਤੇ ਜ਼ਿੰਮੇਦਾਰ ਹਿੰਦੁਸਤਾਨ ਦੀ ਸਰਕਾਰ ਦਾ ਅਮਲਾ ਜਮਲਾ ਸੀ। ਅੱਜ ਕਿਉਂ ਨਹੀਂ ਰਾਹੁਲ ਗਾਂਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਹਿੰਦੇ, ਜਿਨ੍ਹਾਂ ਨੇ ਪਿਛਲੇ ਸਾਲ 5 ਰੁਪਏ ਪ੍ਰਤੀ ਲੀਟਰ ਪੈਟਰੋਲ ਦੇ ਉੱਤੇ ਅਤਿਰਿਕਤ ਕਰ ਲਾਇਆ, ਆਪਣੀ ਮੰਜੀ ਥੱਲੇ ਸੋਟਾ ਨਹੀਂ ਮਾਰ ਰਹੇ ਔਰ ਸਨਸਨੀ ਫੈਲਾਉਣ ਸੇ ਫਿਲਮੀ ਡਰਾਮੇਬਾਜ਼ੀ ਕਰ ਰਹੇ। ਦੇਸ਼ ਦੀ ਜਨਤਾ ਇਹਨਾਂ ਦਾ ਸੱਚ ਜਾਣਦੀ ਹੈ, ਦੇਸ਼ ਦੀ ਜਨਤਾ ਜਾਣਦੀ ਕਿ ਕਾਂਗਰਸ ਹੀ ਮਹਿੰਗਾਈ ਲਿਆਈ ਹੈ ਔਰ ਅੱਜ ਵੀ ਜਿਹੜਾ ਪੈਟਰੋਲ ਦੇ ਦਾਮ ਵਧੇ ਨੇ ਉਹਦੇ ਪਿੱਛੇ ਜਿਹੜੀਆਂ ਸਰਕਾਰਾਂ ਕਾਂਗਰਸ ਦੇ ਰਹੀਆਂ ਉਹਨਾਂ ਨੇ ਕਦੀ ਵੀ ਹਿੰਦੁਸਤਾਨ ਦੇ ਫਿਊਲ ਨੂੰ ਕਿਸ ਤਰ੍ਹਾਂ ਤਬਦੀਲ ਕਰਨਾ, ਕਿਸ ਤਰ੍ਹਾਂ ਹਿੰਦੁਸਤਾਨ ਦੀ ਫਿਊਲ ਜਿਹੜੀ ਪਾਲਿਸੀ ਹੈ ਉਹਨੂੰ ਸਟਰੋਂਗ ਕਰਨਾ ਅੱਜ ਤੱਕ ਕਦੀ ਨਹੀਂ ਸੋਚਿਆ। ਉਲਟਾ ਕਰਜ਼ਾ ਛੱਡ ਕੇ ਹਿੰਦੁਸਤਾਨ ਤੇ ਇਹ ਚਲੇ ਗਏ। ਉਧਰ ਰੂਪਨਗਰ ਦੇ ਵਿੱਚ ਸ਼ਿਕਾਇਤ ਨਿਵਾਰਨ ਕਮੇਟੀ ਦੀ ਬੈਠਕ ਹੋਈ ਹੈ, ਜਿਸ ਬੈਠਕ ਦੀ ਅਗਵਾਈ ਖੁਦ ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੇ ਨਾਲ ਰੂਪਨਗਰ ਦੇ ਡਿਪਟੀ ਕਮਿਸ਼ਨਰ ਦੇ ਵੱਲੋਂ ਕੀਤੀ ਗਈ ਹੈ। ਇਸ ਦਰਮਿਆਨ ਵੱਖ-ਵੱਖ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਤੇ ਇਸ ਦਰਮਿਆਨ ਉਥੋਂ ਦੇ ਵਿਧਾਇਕ ਸੰਧੋਆ ਵੀ ਪਹੁੰਚੇ ਨੇ। ਸੰਧੋਆ ਨੇ ਇਸ ਦਰਮਿਆਨ ਕਈ ਵੱਡੀਆਂ ਸਮੱਸਿਆਵਾਂ ਆਪਣੇ ਹਲਕੇ ਦੀਆਂ ਰੱਖੀਆਂ ਨੇ, ਜਿਨ੍ਹਾਂ ਨੂੰ ਹੱਲ ਕਰਵਾਉਣ ਦੇ ਲਈ ਉਹਨਾਂ ਨੇ ਅਪੀਲ ਵੀ ਕੀਤੀ ਹੈ। ਨਹੀਂ, ਕੁਛ ਨਹੀਂ, ਜਿਹੜੇ ਸ਼ਿਕਾਇਤ ਨਿਵਾਰਨ ਕਮੇਟੀ ਦੇ ਮੈਂਬਰਸ ਸਰਕਾਰ ਵੱਲੋਂ ਨਿਯੁਕਤ ਹੋਏ ਹੈ, ਉਹ ਜਿਹਦੇ 'ਚ ਸਾਰੀ ਪਾਰਟੀਆਂ ਦੇ ਤੇ ਸਾਰੇ ਇਸ ਜ਼ਿਲ੍ਹੇ ਦੇ ਲੋਕ ਜਿਹਦੇ ਨਾਲ ਸੰਬੰਧਿਤ ਹੈ, ਉਹ ਸਾਰਿਆਂ ਬੰਦਿਆਂ ਵੱਲੋਂ ਜੋ ਮਸਲੇ ਪਿਛਲੀ ਵਾਰ ਲੋਕਾਂ ਦੀਆਂ ਤਕਲੀਫਾਂ ਨੂੰ ਲੈ ਕੇ ਰੇਜ਼ ਕੀਤੇ ਗਏ ਸੀ, ਉਸ ਕੱਲੇ ਮਸਲੇ ਦਾ ਹੱਲ ਕਰਨ ਵਾਸਤੇ ਜੋ ਗਰਾਊਂਡ ਦੇ ਉੱਪਰ ਪਿਛਲੇ ਸਮੇਂ 'ਚ ਉਹ ਮਸਲਿਆਂ ਨੂੰ ਰੇਜ਼ ਕੀਤਾ ਸੀ, ਉਹਨਾਂ ਦਾ ਕੀ ਹੱਲ ਹੋਇਆ, ਇਹ ਸ਼ਿਕਾਇਤ ਨਿਵਾਰਨ ਕਮੇਟੀ ਦੀ ਅੱਜ ਮੀਟਿੰਗ ਸੀ ਔਰ ਉਹਨਾਂ 'ਚ ਕਾਫੀ ਮਸਲਿਆਂ ਨੂੰ ਜੋ ਰਿਜ਼ੋਲਵ ਗਰਾਊਂਡ ਤੇ ਹੋਏ ਆ ਉਹਨਾਂ ਦੇ ਬਾਰੇ ਚਰਚਾ ਹੋਈ ਹੈ ਔਰ ਜਿਹੜੇ ਕੋਈ ਮਸਲੇ ਹੋਰ ਰਹਿੰਦੇ ਆ ਉਹਨਾਂ ਨੂੰ ਕਿੰਨੇ ਸਮੇਂ 'ਚ ਰਿਜ਼ੋਲਵ ਹੋ ਜਾਣਗੇ ਉਸ ਦੇ ਬਾਰੇ ਵੱਖ-ਵੱਖ ਅਫਸਰ ਸਾਹਿਬਾਨ ਵੱਲੋਂ, ਡੀਸੀ ਸਾਹਿਬਾ ਦੀ ਪੂਰੀ ਟੀਮ ਵੱਲੋਂ ਔਰ ਐਸਐਸਪੀ ਸਾਹਿਬ ਦੀ ਟੀਮ ਵੱਲੋਂ ਉਸ ਦੇ ਉੱਪਰ ਸਹਿਮਤੀ ਤੇ ਟਾਈਮਲਾਈਨਸ ਦਿੱਤੀਆਂ ਗਈਆਂ ਔਰ ਇਸ ਜ਼ਿਲ੍ਹੇ ਦੇ ਵਿੱਚ ਚੰਗੇ ਤਰੀਕੇ ਨਾਲ ਦੋਨੋਂ ਹੀ ਅਫਸਰ ਸਾਹਿਬਾਨ ਕੰਮ ਕਰ ਰਹੇ ਹਨ ਔਰ ਇਸ ਕਰਕੇ ਵੱਡੇ ਪੈਮਾਨੇ ਤੇ ਲੋਕਾਂ ਦੀ ਸੈਟੀਸਫੈਕਸ਼ਨ ਕਈ ਮੁੱਦਿਆਂ ਦੇ ਉੱਪਰ ਆਲਰੇਡੀ ਸੀਗੀ। ਦੇਖੋ, ਅੱਜ ਸਾਡੇ ਮੰਤਰੀ ਸਾਹਿਬ ਸਿੰਗਲਾ ਸਾਹਿਬ ਆਏ ਸੀ, ਅਸੀਂ ਪੂਰੇ ਆਪਣੇ ਰੋਪੜ ਹਲਕੇ ਦੇ, ਰੋਪੜ ਸ਼ਹਿਰ ਦੇ ਪੂਰੇ ਮੁੱਦੇ ਜਿਹੜੀਆਂ ਇੱਥੇ ਜ਼ਰੂਰਤਾਂ ਦੀਆਂ, ਕੰਮਾਂ ਦੀਆਂ, ਚਾਹੇ ਸੜਕਾਂ ਦੀਆਂ, ਚਾਹੇ ਗੰਦੇ ਪਾਣੀ ਦੀ ਗੱਲ ਤੀ, ਸਾਰੇ ਮੁੱਦਿਆਂ ਦੀ ਗੱਲ ਕਰੀਏ। ਸਪੈਸ਼ਲ ਮੁੱਦਾ ਸਾਡਾ ਇੱਕ ਮੇਨ ਸੀ ਸਾਡਾ ਝਾਂਡੀਆਂ ਦਾ ਹਸਪੀਟਲ, ਜਿੱਥੇ ਸਾਡੇ ਹੈਲਥ ਮਿਨਿਸਟਰ ਸਾਹਿਬ ਪਿੱਛੇ ਉੱਥੇ ਝਾਂਡੀਆਂ ਗਏ ਸੀ ਤੇ ਸਪੀਕਰ ਸਾਹਿਬ ਵੀ ਗਏ ਸੀ। ਉੱਥੇ ਵਾਸਤਾ ਉਹਨਾਂ ਨੇ ਕਿਹਾ ਤਾਂ ਵੀ ਅਸੀਂ PSC ਤੋਂ CSC ਬਣਾਵਾਂਗੇ ਇਹਨਾਂ ਨੂੰ, ਉਹ ਨਹੀਂ ਹੋਏ ਤੇ ਉੱਥੇ ਇੱਕ ਵੇਟ ਲੱਗੀ ਹੈ। ਮੈਂ ਮੰਤਰੀ ਸਾਹਿਬ ਨੂੰ ਸਪੈਸ਼ਲ ਕਹਿ ਕੇ ਬਜਟ ਦਾ ਵਿੱਚ ਉਹ ਮੰਤਰੀ ਸਾਹਿਬ ਨੇ ਵਿਸ਼ਵਾਸ ਦਿੱਤਾ ਕਿ ਅਸੀਂ ਉਹਦੇ ਵਾਸਤੇ ਪੈਸਾ ਰਖਾਵਾਂਗੇ ਵੀ ਉਹਨੂੰ CSC ਕਰਾਵਾਂਗੇ, ਜਿਹੜੀ ਉਹਦੀ 4 ਦੀਵਾਰੀ ਉਹ ਵੀ ਕਰਾਵਾਂਗੇ। ਦੂਸਰਾ ਮੁੱਦਾ ਸਾਡਾ ਜਿਹੜਾ ਰੋਪੜ ਤੋਂ ਨੂਰਪੁਰ ਬੇਦੀ ਦੀ ਸੜਕ ਸੀ, ਟੁੱਟ ਗਈ ਸੀ, ਹਜੇ 3 ਮਹੀਨੇ ਪਹਿਲਾਂ ਸੜਕ ਬਣੀ ਹੈ। ਮੰਤਰੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਇਹਦੀ ਇਨਕੁਆਇਰੀ ਹੋਏਗੀ, ਇਹ ਸੜਕ ਦੀ ਮੁਰੰਮਤ ਹੋਏਗੀ। ਤੀਸਰੇ ਨਾਲ ਸਾਡੀ ਇਹ ਗੱਲ ਸੀ ਕਿ ਇਹਦੇ ਓਵਰਲੋਡ ਟਰੱਕ ਚੱਲ ਰਹੇ ਜਿਹੜੇ, ਉਹਨਾਂ ਨੂੰ ਬੰਦ ਕਰਾਇਆ ਜਾਵਾ। DC ਸਾਹਿਬ ਨੂੰ ਵੀ ਕਿਹਾ, ਮੈਂ ਉਹ ਵੀ ਵਿਸ਼ਵਾਸ ਦਵਾਇਆ। ਉਧਰ ਮਿੰਨੀ ਬੱਸ ਆਪਰੇਟਰਾਂ ਦੇ ਵੱਲੋਂ ਵੀ ਚੰਡੀਗੜ੍ਹ ਦੇ ਵਿੱਚ ਪ੍ਰੈਸ ਵਾਰਤਾ ਕੀਤੀ ਗਈ ਹੈ। ਇਸ ਪ੍ਰੈਸ ਵਾਰਤਾ ਦੇ ਦੌਰਾਨ ਮਿੰਨੀ ਬੱਸ ਆਪਰੇਟਰਾਂ ਨੇ ਖਾਸ ਤੌਰ ਦੇ ਉੱਤੇ ਆਪਣੀਆਂ ਮਿੰਨੀ ਬੱਸਾਂ ਦੇ ਪਰਮਿਟਾਂ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ। ਅੱਜ ਦਾ ਜਿਹੜਾ ਵਿਸ਼ਾ ਸਾਡਾ ਹੈ, ਪੰਜਾਬ ਦੇ ਜਿੰਨੇ ਵੀ ਮਿਨੀ ਬੱਸ ਆਪਰੇਟਰ ਨੇ, ਪੰਜਾਬ ਸਰਕਾਰ ਨੇ 1980 ਤੋਂ ਲੈ ਕੇ ਪਿਛਲੇ ਸਾਲ ਤੱਕ 6700 ਪਰਮਿਟ ਗ੍ਰਾਂਟ ਕੀਤੇ ਸੀ, ਜਿੱਤੇ ਉਹ ਪਰਮਿਟ ਸਾਬਕਾ ਫੌਜੀਆਂ, ਅਨਪਲਾਈਡ ਯੂਥ
ਅਤੇ ਅੱਤਵਾਦ ਪੀੜਤ ਅੰਗਹੀਨ ਅਤੇ ਕਮਜ਼ੋਰ ਵਰਗਾਂ ਨੂੰ ਪਰਮਿਟ ਜਾਰੀ ਕੀਤੇ ਸਨ, ਜਿਨ੍ਹਾਂ ਨੇ ਕਿ ਆਪਦੇ ਬੈਂਕਾਂ ਤੋਂ ਸਰਕਾਰੀ ਬੈਂਕਾਂ ਤੋਂ ਬੱਸਾਂ ਲੈ ਕੇ ਪਾਈਆਂ ਸਨ ਅਤੇ ਹੁਣ ਤੱਕ ਉਹ ਬਿਲਕੁਲ ਕੰਪਲੇਂਟ ਫ੍ਰੀ ਸਰਵਿਸ ਦੇ ਰਹੇ ਨੇ ਔਰ ਸਰਕਾਰ ਦਾ ਟੈਕਸ ਵੀ ਉਤਾਰ ਰਹੇ ਨੇ। ਲੇਕਿਨ ਹੁਣ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਪਿੱਛੇ ਜੇ ਹਾਈ ਕੋਰਟ ਦੇ ਵਿੱਚ ਇੱਕ ਰਿਟ ਪਈ ਸੀ, ਉਹਦੇ ਵਿੱਚ ਜੋ ਉਸ ਸਮੇਂ ਦੀ ਸਰਕਾਰ ਨੇ ਸਹੀ ਪੈਰਵੀ ਨਹੀਂ ਕੀਤੀ। ਉਹਦੇ ਵਿੱਚ ਤਕਨੀਕੀ ਇੱਕ ਨੁਕਸ ਸੀ, ਜਿਹਦੇ ਵਿੱਚ 80% ਬੱਸਾਂ ਪ੍ਰਾਈਵੇਟ ਨੇ ਪਾਉਣੀਆਂ ਸੀ, ਮਿਨੀ ਬੱਸ ਆਪਰੇਟਰਾਂ ਨੇ, ਅਤੇ 20% ਬੱਸਾਂ ਪਾਉਣੀ ਸੀ PRTC ਨੇ, ਜੋ ਕਿ ਉਹਨਾਂ ਦਾ ਬਣਦਾ ਹਿੱਸਾ ਉਹਨਾਂ ਨੇ ਬੱਸਾਂ ਨਹੀਂ ਪਾਈਆਂ। ਇਸ ਤਕਨੀਕੀ ਨੁਕਸ ਕਰਕੇ ਹਾਈ ਕੋਰਟ ਵਿੱਚ ਜਿਹੜੇ ਪਰਮਿਟ ਨੇ ਸਾਡੇ ਉਹ ਰੱਦ ਹੋ ਗਏ ਸਨ। ਉਹ ਰੱਦ ਤੋਂ ਬਾਅਦ ਅਸੀਂ ਸਰਕਾਰ ਨੂੰ ਮਿਲਦੇ ਰਹੇ, ਸਾਰੇ ਮੰਤਰੀਆਂ ਨੂੰ, ਸਾਡੇ ਜਿੰਨੇ ਵੀ ਪੰਜਾਬ ਦੇ ਮਿਨੀ ਬੱਸ ਆਪਰੇਟਰ ਨੇ, ਜਿੰਨੇ ਵੀ ਕਿਤੇ ਮੰਤਰੀ ਨੇ, ਜਿੰਨੇ MLA ਨੇ, ਸਾਡੇ ਸਾਰੇ ਟਰਾਂਸਪੋਰਟਰ, ਉਹਨਾਂ ਨੂੰ ਮੈਮੋਰੈਂਡਮ ਦੇ ਕੇ ਮਿਲਦੇ ਰਹੇ ਵੀ ਸਾਡਾ ਕੋਈ ਬਦਲਵਾਂ ਪ੍ਰਬੰਧ, ਕੋਈ ਠੋਸ ਪ੍ਰਬੰਧ ਕੀਤਾ ਜਾਵੇ ਵੀ ਸਾਨੂੰ ਮਤਲਬ ਕਿ ਸਾਡੀ ਕੰਪਲੇਂਟ ਫ੍ਰੀ, ਅਸੀਂ ਸਾਡੇ ਉਮਰ ਦੇ ਦਰਾਜ 'ਤੇ ਪਹੁੰਚ ਚੁੱਕੇ ਹਾਂ, ਨਾ ਹੀ ਅਸੀਂ ਕੋਈ ਹੋਰ ਕੰਮ ਕਰ ਸਕਦੇ ਹਾਂ। ਇਸ ਲਈ ਵੀ ਸਾਡਾ ਕੋਈ ਠੋਸ ਤੇ ਕੋਈ ਐਸਾ ਪ੍ਰਬੰਧ ਕੀਤਾ ਜਾਵੇ, ਲੇਕਿਨ ਸਾਡੀ ਸਰਕਾਰ ਨੇ ਨਹੀਂ ਸੁਣੀ। ਇੱਕ ਪਾਸੇ ਜਿੱਥੇ ਖੇਤੀਬਾੜੀ ਨੂੰ ਲਾਹੇਵੰਦਕ ਧੰਦਾ ਕਿਹਾ ਜਾਂਦਾ ਹੈ, ਉਧਰ ਦੂਜੇ ਪਾਸੇ ਖੇਤੀਬਾੜੀ ਧੰਦੇ ਦੇ ਵਿੱਚੋਂ ਕਿੰਨਾ ਕਲਾਹਾ ਹੈ, ਇਹ ਪੰਜਾਬ ਦੇ ਵਿੱਚ ਲਗਾਤਾਰ ਕਿਸਾਨਾਂ ਦੇ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਗਿਣਤੀ ਆਪਣੇ ਆਪ ਬਿਆਨ ਕਰ ਰਹੀ ਹੈ। ਇਸੇ ਬਿਆਨਾਂ ਦੇ ਦਰਮਿਆਨ ਜੇਕਰ ਪੰਜਾਬ ਦੇ ਮੌਜੂਦਾ ਹਾਲਾਤਾਂ ਦੇ ਵੱਲ ਨਜ਼ਰ ਮਾਰੀਏ ਤਾਂ ਪੰਜਾਬ ਦੇ ਵਿੱਚ ਹਜੇ ਵੀ ਕਿਸਾਨਾਂ ਦੇ ਜੀਵਨ ਲੀਲਾ ਸਮਾਪਤ ਕਰਨ ਦਾ ਦੌਰ ਰੁਕਿਆ ਨਹੀਂ ਹੈ। ਬੀਤੇ ਦਿਨੀ ਪੰਜਾਬ ਦੇ ਦਸੂਹਾ ਦੇ ਵਿੱਚ ਵੀ 2 ਪਿਓ ਪੁੱਤ ਦੇ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਦੱਸਦੀ ਕਿ ਇਹਨਾਂ ਦੇ ਉੱਤੇ ਖੇਤੀਬਾੜੀ ਦੇ ਚੱਲਦਿਆਂ ਕਰਜ਼ਾ ਦੱਸਿਆ ਜਾ ਰਿਹਾ ਸੀ, ਜਿਸ ਕਰਜ਼ੇ ਤੋਂ ਤੰਗ ਆ ਕੇ ਇਹਨਾਂ ਦੋਹੇ ਪਿਓ ਪੁੱਤਾਂ ਨੇ ਆਪਣੀ ਜੀਵਨ ਲੀਲਾ ਆਪਣੇ ਹੱਥੀਂ ਸਮਾਪਤ ਕੀਤੀ ਹੈ। ਇਹਨਾਂ ਦੇ ਹੀ ਪਰਿਵਾਰਕ ਮੈਂਬਰਾਂ ਦੇ ਨਾਲ ਮਿਲਣ ਦੇ ਲਈ ਪਹੁੰਚੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਸੀ ਕਿ ਪੰਜਾਬ ਦੀ ਸੱਤਾ ਧਿਰ ਹੋਵੇ ਜਾਂ ਕੇਂਦਰ ਦੀ ਸੱਤਾ ਧਿਰ ਹੋਵੇ, ਦੋਹੇ ਮਿਲ ਕੇ ਕਿਸਾਨਾਂ ਨੂੰ ਲਗਾਤਾਰ ਲਾਰੇ ਲਾ ਰਹੇ ਨੇ। ਕਿੰਨੀ ਵੱਡੀ ਬੇਇਨਸਾਫੀ ਹੋ ਰਹੀ ਹੈ। ਇਸ ਕਰਕੇ ਮੈਂ ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਕਹਿਣਾ ਚਾਹਣਾ ਹੈ, ਜਿਹੜਾ ਤੁਸੀਂ ਗੁਟਕਾ ਸਾਹਿਬ ਤੇ ਝੂਠਾ ਸਹੁੰ ਖਾਧੀ ਤੇ ਵਾਅਦਾ ਕੀਤਾ, ਤੁਸੀਂ ਲੋਕਾਂ ਦੇ ਗਰੀਬਾਂ ਦੇ ਮਨ 'ਚ ਭਾਵਨਾ ਤੇ ਉਮੀਦ ਜਗਾ ਦਿੱਤੀ ਸੀ। ਵਿਚਾਰਿਆਂ ਨੇ ਆਪਣੇ ਵਿਆਜ ਨਹੀਂ ਭਰੇ ਜਾਂ ਕੁਝ ਨਹੀਂ ਕੀਤਾ ਕਿਉਂਕਿ ਸਾਡਾ ਕਰਜ਼ਾ ਮਾਫ ਹੋ ਜਾਣਾ। ਅੱਜ ਉਹ ਚੀਜ਼ਾਂ ਇੰਨੀਆਂ ਵੱਧ ਗਈਆਂ, ਇੰਨਾ ਕਰਜ਼ਾ ਵੱਧ ਗਿਆ, ਵਿਚਾਰੇ ਹੁਣ ਉਹਨਾਂ ਨੂੰ ਆਤਮ ਹੱਤਿਆ ਕਰਨੀ ਪਈ ਹੈ। ਦੇਖੋ ਕਿੰਨੀ ਜਾਨਾਂ ਦਾ ਤੁਸੀਂ ਖਿਲਵਾੜ ਕੀਤਾ। ਜੇ ਵਾਅਦਾ ਕਰਨਾ ਸੀ ਫਿਰ ਪੂਰਾ ਕਰਦੇ। ਮੈਂ ਕਹਿੰਦਾ ਕੱਲੀ ਆਹ ਕੇਸ ਨਹੀਂ ਹੈ, ਮੈਂ 2-3 ਹੋਰ ਕੇਸ ਮੈਂ ਪਿਛਲੇ ਮਹੀਨਿਆਂ 'ਚ ਦੇਖੇ ਜਿਨ੍ਹਾਂ ਨੇ ਡਾਇਰੈਕਟ ਚਿੱਠੀ ਲਿਖ ਕੇ ਕੀਤਾ ਕਿ ਕੈਪਟਨ ਸਾਹਿਬ ਦੇ ਝੂਠੇ ਵਾਅਦੇ ਕਰਕੇ। ਇਸ ਕਰਕੇ ਮੈਂ ਸਟਰੋਂਗਲੀ ਅਪੀਲ ਕਰਦਾ ਕਿ ਕੈਪਟਨ ਸਾਹਿਬ ਨੂੰ, ਪੰਜਾਬ ਸਰਕਾਰ ਨੂੰ ਇਮੀਡੀਏਟਲੀ ਜੋ ਕਿਹਾ ਸੀ ਇਹਨਾਂ ਕਰਜ਼ਾ ਸਾਰਿਆਂ ਦਾ ਮਾਫ ਕਰਨਾ ਚਾਹੀਦਾ। ਉਮੀਦ ਜਾਗ ਪੈਂਦੀ ਕਿ ਹੁਣ ਝੂਠ ਨਹੀਂ ਬੋਲੂਗਾ। ਉਹਨਾਂ ਨੇ ਕੈਪਟਨ ਨੇ ਕੀ ਕਿਹਾ ਸੀ, ਭਾਵੇਂ ਤੁਹਾਡਾ ਬੈਂਕ ਦਾ ਕਰਜ਼ਾ ਹੋਏ, ਆੜਤੀਆ ਦਾ ਕਰਜ਼ਾ ਹੋਏ, ਸੁਸਾਇਟੀ ਦਾ ਕਰਜ਼ਾ ਹੋਏ, ਸਾਰਾ ਮੈਂ ਮੋੜੂੰਗਾ। ਗੁਟਕਾ ਸਾਹਿਬ ਨੂੰ ਸਾਹਮਣੇ ਰੱਖ ਕੇ ਉਹਨੇ ਹੱਥ ਸਹੁੰ ਖਾਧੀ। ਯਾਰ ਗੁਰੂ ਘਰ 'ਚ ਬੰਦਾ ਕਹਿੰਦੇ ਨਾ ਕਿਸੇ ਨੂੰ ਕੋਈ ਝਗੜਾ ਹੋ ਜਾਏ ਤੇ ਆਪਾਂ ਗੁਰੂ ਘਰ ਚੱਲ, ਤੇ ਬੰਦਾ ਝੂਠਾ ਗੁਰੂ ਘਰ ਨਹੀਂ ਜਾਂਦਾ ਕਿਉਂਕਿ ਡਰ ਲੱਗਦਾ। ਇੱਥੇ ਤਾਂ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾਧੀ ਹੈ ਤੁਸੀਂ, ਤੇ ਸਾਰੇ ਲੋਕਾਂ ਦੇ ਮਨ 'ਚ ਤੁਸੀਂ ਇੰਨੀ ਉਮੀਦ ਜਗਾ ਦਿੱਤੀ ਜਿਹਦੇ ਕਰਕੇ ਤੁਹਾਡੀ ਸਰਕਾਰ ਬਣੀ ਹੈ। ਘੱਟ ਤੋਂ ਘੱਟ ਆਪਣਾ ਫਰਜ਼ ਤਾਂ ਨਿਭਾਓ। ਜਿਹੜਾ ਸਭ ਤੋਂ ਵੱਡਾ ਫਰਜ਼ ਹੈ ਕਿ ਆਪਣੀ ਸਹੁੰ ਝੂਠੀ ਜਿਹੜੀ ਕੀਤੀ ਹੈ, ਪ੍ਰਮਾਤਮਾ ਹੀ ਝੂਠੀ ਸਹੁੰ ਕੀਤੀ ਹੈ। ਮਤਲਬ ਜਿੰਨਾ ਪਾਪ ਲੱਗੂ ਉਹਨਾਂ ਨੂੰ, ਆਹ ਜਿਹੜਾ ਸਾਰਾ ਪਾਪ ਹੀ ਹੈ ਨਾ, ਜੇ ਲੱਗ ਰਿਹਾ ਵਿਚਾਰੇ ਲੋਕ ਆਤਮ ਹੱਤਿਆ ਕਰ ਰਹੇ। ਅਜਿਹੀਆਂ ਹੀ ਤਸਵੀਰਾਂ ਰੂਪਨਗਰ ਦੇ ਵਿੱਚੋਂ ਵੀ ਸਾਹਮਣੇ ਆਈਆਂ ਨੇ, ਜਿੱਥੇ ਰੂਪਨਗਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦੇ ਵੱਲੋਂ ਇਸੇ ਤਰ੍ਹਾਂ ਦਾ ਇੱਕ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਦੇ ਦਰਮਿਆਨ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਉਦੋਂ ਤੱਕ ਪ੍ਰਦਰਸ਼ਨ ਕਰਦੇ ਰਹਾਂਗੇ ਜਦੋਂ ਤੱਕ ਇਹ ਕੀਮਤਾਂ ਆਮ ਲੋਕਾਂ ਦੇ ਬਜਟ ਦੇ ਵਿੱਚ ਨਹੀਂ ਆਉਂਦੀਆਂ। ਡੀਜ਼ਲ, ਪੈਟਰੋਲ ਤੇ ਗੈਸ ਦੀਆਂ ਕੀਮਤਾਂ ਪੰਜਾਬ ਦੇ ਵਿੱਚ ਸਾਰੇ ਮੁਲਕਾਂ ਨਾਲੋਂ ਜ਼ਿਆਦਾ ਵੱਧ ਰਹੀਆਂ ਨੇ। ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਇਕੱਲਾ ਡੀਜ਼ਲ, ਪੈਟਰੋਲ ਤੇ ਗੈਸ ਦੀਆਂ ਕੀਮਤਾਂ ਇੱਥੇ ਹੀ ਨਹੀਂ ਹੈ ਵੀ ਇੱਥੇ ਇਹਨਾਂ ਦਾ ਅਸਰ ਨਹੀਂ ਪਏਗਾ। ਬਾਕੀ ਜਿੰਨੀਆਂ ਚੀਜ਼ਾਂ ਉਹ ਸਾਰਿਆਂ 'ਤੇ ਇਹਨਾਂ ਅਸਰ ਪਏਗਾ, ਕਿਉਂਕਿ ਜਦੋਂ ਡੀਜ਼ਲ ਵੱਧ ਗਿਆ, ਪੈਟਰੋਲ ਵੱਧ ਗਿਆ, ਭਾੜੇ ਵੱਧ ਜਾਣਗੇ, ਭਾੜੇ ਵੱਧ ਜਾਣਗੇ, ਉਹਦੇ ਨਾਲ ਹਰ ਇੱਕ ਚੀਜ਼ ਦਾ ਰੇਟ ਵੱਧ ਜਾਏਗਾ।
ਰੇਟ ਵਧਣ ਨਾਲ ਲੋਕਾਂ ਦੀ ਹਰ ਚੀਜ਼ ਪਹੁੰਚ ਤੋਂ ਬਾਹਰ ਹੋ ਜਾਏਗੀ। ਜਿਸ ਕਿ ਅਸੀਂ ਇਹ ਸੰਘਰਸ਼ ਕਰ ਰਹੇ ਹਾਂ ਜਿਹੜਾ ਪੈਟਰੋਲ ਡੀਜ਼ਲ ਤੇ ਪੈਟਰੋਲ ਕੀਮਤਾਂ ਜਿਹੜੀਆਂ ਗੈਸ ਦੀਆਂ ਕੀਮਤਾਂ ਇਹ ਘਟਾਈਆਂ ਜਾਣ ਤਾਂ ਕਿ ਮੁਲਕ ਨੂੰ ਜਿਹੜਾ ਹੈਗਾ ਲੋਕਾਂ ਨੂੰ ਜੋ ਹੈਗਾ ਉਹ ਬਹੁਤ ਹੀ ਕੀਮਤ ਜਾਇਜ਼ ਕੀਮਤ ਤੇ ਦਿੱਤਾ ਜਾਣਾ। ਇਹ ਦੇਖੋ ਜੀ ਜਿਹੜੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵੱਧ ਰਹੀਆਂ ਨੇ, ਮੈਨੂੰ ਲੱਗ ਰਿਹਾ ਕਿ ਲੋਕਾਂ ਨੂੰ ਹੁਣ ਗੱਡੇ ਰੇੜੇ ਹੀ ਚਲਾਣੇ ਪੈਣੇ ਆ। ਇਹ ਗੱਡੀਆਂ ਤੋਂ, ਮੋਟਰਸਾਈਕਲ, ਐਕਟਿਵਾ ਤੋਂ ਬਹੁਤ ਦੂਰ ਜਾਣਾ ਪੈਣਾ। ਇਹ ਮੋਦੀ ਸਰਕਾਰ ਜਿਹੜੇ ਉੱਥੇ ਕਿਸਾਨ ਬੈਠੇ ਆ ਉਹਨਾਂ ਨੂੰ ਖਾਲਿਸਤਾਨੀ ਕਹਿ ਰਹੀ ਹੈ, ਇਹ ਮੈਨੂੰ ਲੱਗ ਰਿਹਾ ਪੂਰੇ ਪੰਜਾਬ ਨੂੰ ਖਾਲੀ ਕਰ ਰਹੀ ਹੈ, ਪੂਰੇ ਵਰਲਡ ਨੂੰ, ਹਿੰਦੁਸਤਾਨ ਨੂੰ ਪੂਰੇ ਨੂੰ ਖਾਲੀ ਕੀਤਾ ਜਾ ਰਿਹਾ ਹੈ ਕੀਮਤਾਂ ਵਧਾ ਕੇ। ਸੋ ਅਸੀਂ ਖੜੇ ਆ ਇਹਦੇ ਹੱਕ ਦੇ ਵਿੱਚ, ਇਹਨਾਂ ਨੂੰ ਘੱਟ ਕਰਵਾ ਕੇ ਛੱਡਾਂਗੇ। ਅੱਛੇ ਦਿਨਾਂ ਦੇ ਤਾਂ ਗੱਲ ਛੱਡ ਦਿਓ ਜੀ, ਅੱਜ ਤੋਂ 6 ਸਾਲ ਪਹਿਲਾਂ ਜਦੋਂ ਇਹ ਆਪਣੇ ਗੁਜਰਾਤ ਦਾ ਮੁੱਖ ਮੰਤਰੀ ਸੀ ਔਰ ਇਸੇ ਨੇ ਮਨਮੋਹਨ ਸਿੰਘ ਦੇ ਵਿਰੁੱਧ ਇਸ ਗੱਲ ਦਾ ਬਿਆਨ ਦਿੱਤਾ ਸੀ, ਉਨੀ ਦਿਨੀ ਜਿਹੜੀ ਸੀਗੀ ਬੈਰਲ ਉਹ 54 ਰੁਪਏ ਸੀਗੀ ਤੇ ਮਨਮੋਹਨ ਸਿੰਘ ਜਿਹੜਾ ਸੀ 65 ਰੁਪਏ ਲੀਟਰ ਤੇਲ ਦੇ ਰਿਹਾ ਸੀ ਤਾਂ ਇਹ ਕਹਿੰਦੇ ਸੀ ਵੀ ਬੰਦ ਕਰੋ, ਇਹ ਸਰਕਾਰ ਨੂੰ ਤੋੜੋ। ਪਰ ਹੈਰਾਨੀ ਦੀ ਗੱਲ ਇਹ ਆ ਹੁਣ ਉਹ ਤੋਂ ਵੀ ਬੈਰਲ ਸਸਤੀ ਆ ਤੇ ਉਸ ਦੇ ਵਿੱਚ 3-4 ਲੀਟਰ ਤੋਂ ਵੱਧ ਤੇਲ ਹੁੰਦਾ ਆ ਤੇ ਸਾਨੂੰ ਇਸ ਵੇਲੇ ਜਿਹੜਾ 92-93 ਰੁਪਏ, ਕਈ ਸਟੇਟਾਂ ਦੇ ਵਿੱਚ 100 ਰੁਪਏ ਤੋਂ ਵੀ ਵੱਧ ਤੇਲ ਵਿਕ ਰਿਹਾ। ਦੁੱਖ ਦੀ ਗੱਲ ਇਹ ਆ ਵੀ ਮੋਦੀ ਨੇ ਜਿਸ ਦਾ ਸਭ ਦਾ ਵਿਕਾਸ ਕਰਨਾ ਸੀਗਾ ਉਹ ਸਭ ਦਾ ਇਸ ਵੇਲੇ ਵਿਕਾਸ ਕਰਨ ਦੀ ਬਜਾਏ ਲੋਕਾਂ ਨੂੰ ਦੁੱਖ ਤਕਲੀਫਾਂ ਦੇ ਵਿੱਚ ਪਾ ਰਿਹਾ। ਉਧਰ ਰੂਪਨਗਰ ਪੁਲਿਸ ਦੇ ਵੱਲੋਂ ਸਿਹਤ ਨੂੰ ਫਿੱਟ ਰੱਖਣ ਦੇ ਉਦੇਸ਼ ਦੇ ਨਾਲ ਇੱਕ ਮਿੰਨੀ ਮੈਰਾਥਨ ਰੂਪਨਗਰ ਦੇ ਵਿੱਚ ਕਰਵਾਈ ਗਈ। ਇਸ ਮਿੰਨੀ ਮੈਰਾਥਨ ਦੇ ਵਿੱਚ ਪੁਲਿਸ ਵਿਭਾਗ ਦੇ ਕਰਮੀਆਂ ਦੇ ਸਮੇਤ ਆਮ ਨਾਗਰਿਕ ਵੀ ਇਸ ਮੈਰਾਥਨ ਦਾ ਹਿੱਸਾ ਬਣੇ ਨੇ। ਦੱਸ ਦਈਏ ਕਿ 5 ਕਿਲੋਮੀਟਰ ਦੀ ਮੈਰਾਥਨ ਸੋਮਵਾਰ ਵਾਲੇ ਦਿਨ ਕਰਵਾਈ ਗਈ ਤੇ ਇਸ 1 ਘੰਟੇ ਦੀ ਮੈਰਾਥਨ ਦੇ ਦਰਮਿਆਨ ਹਰ ਇੱਕ ਨੇ ਆਪਣੇ ਆਪ ਨੂੰ ਇਸ ਮੈਰਾਥਨ ਦੇ ਵਿੱਚ ਭੱਜ ਕੇ ਸਿਹਤ ਪੱਖੀ ਹਰ ਇੱਕ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਸਭ ਬੜਾ ਵਧੀਆ ਇਨੀਸ਼ੀਏਟਿਵ ਹੈ ਐਸਐਸਪੀ ਸਾਹਿਬ ਵੱਲੋਂ, ਪੁਲਿਸ ਵੱਲੋਂ, ਤੇ ਵਧੀਆ ਲੱਗਾ ਤੇ ਲੁਕਿੰਗ ਫਾਰਵਰਡ ਵੀ ਅਗਲੇ ਹਫਤੇ ਫੇਰ ਮੰਡੇ ਨੂੰ ਹੋਏਗੀ, ਫਿਰ ਦੁਬਾਰਾ ਆਵਾਂਗੇ, ਫਿਰ ਦੌੜਾਂਗੇ ਤੇ ਅੱਛਾ ਲੱਗਾ, ਇੰਜੋਏ ਕੀਤਾ। ਇਹ ਰੋਪੜ ਪੁਲਿਸ ਵੱਲੋਂ ਯੂਨੀਕ ਇਨੀਸ਼ੀਏਟਿਵ ਸਟਾਰਟ ਕੀਤਾ ਗਿਆ ਹੈਗਾ ਮੰਡੇ ਮਾਰਨਿੰਗ ਮਿਨੀ ਮੈਰਾਥਨ। ਇਹ ਵਰਕਿੰਗ ਡੇ 'ਚ ਸਵੇਰ 7 ਵਜੇ ਤੋਂ ਲੈ ਕੇ 8 ਵਜੇ ਅੱਜ 5 ਕਿਲੋਮੀਟਰ ਦੀ ਮਿਨੀ ਮੈਰਾਥਨ ਰੱਖੀ ਗਈ ਸੀ। ਇਸ 'ਚ ਰੋਪੜ ਪੁਲਿਸ ਦੇ ਨਾਲ ਨਾਲ ਸਿਵਲ ਸੁਸਾਇਟੀ ਦੇ ਬਾਕੀ ਮੈਂਬਰਸ ਵੀ ਸ਼ਾਮਿਲ ਹੋਏ। ਅੱਜ ਦੀ ਪਾਰਟਿਸਿਪੇਸ਼ਨ ਲਗਭਗ 200 ਦੇ ਮੈਂਬਰਸ ਦੇ ਕਰੀਬ ਸੀਗੀ। ਮੈਂ ਲੋਕਾਂ ਨੂੰ ਇਹੀ ਅਪੀਲ ਕਰਾਂਗਾ ਕਿ ਖਾਸ ਕਰ ਕੋਵਿਡ ਸਮੇਂ 'ਤੇ ਫਿਟਨੈਸ ਤੇ ਵੈਲਨੈਸ 'ਤੇ ਕਾਫੀ ਇੰਪੋਰਟੈਂਸ ਵਧੀ ਹੈਗੀ ਹੈ, ਤਾਂ ਇਸ ਕਰਕੇ ਮੈਰਾਥਨ 'ਚ ਪਾਰਟਿਸਿਪੇਟ ਕਰਨ ਤੇ ਵੱਧ ਤੋਂ ਵੱਧ ਇਸ 'ਚ ਇਨਵੋਲਵ ਹੋ ਕੇ ਲੋਕਾਂ ਨੂੰ ਵੀ ਫਿਟਨੈਸ ਦੇ ਲਈ ਜਾਗਰੂਕ ਕਰਨ। ਇਹ ਇਨੀਸ਼ੀਏਟਿਵ ਜੋ ਹੈ ਨੈਕਸਟ ਮੰਡੇ ਵੀ ਕੀਤਾ ਜਾਵੇਗਾ। ਵੈਨਿਊ ਤੇ ਟਾਈਮਿੰਗ ਜੋ ਹੈ ਉਹ ਚੇਂਜ ਕਰ ਸਕਦੇ ਹੈ। ਇਸ ਦੇ ਨਾਲ ਨਾਲ ਰੋਪੜ ਪੁਲਿਸ ਬਾਕੀ ਲੋਕਾਂ ਨੂੰ ਵੀ ਇਹੀ ਅਪੀਲ ਕਰਦੀ ਹੈ ਕਿ ਇਸ ਸਮੇਂ ਤੇ ਆਪਣੀ ਫਿਟਨੈਸ ਤੇ ਆਪਣਾ ਧਿਆਨ ਪੂਰਾ ਰੱਖਣ ਤੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਲੋਕਾਂ ਨੂੰ ਸਹਿਯੋਗ ਦੇ ਲਈ ਅਪੀਲ ਕਰਦਾ ਹੈ। ਉਧਰ SC/ST ਕਮਿਸ਼ਨ ਦੇ ਚੇਅਰਮੈਨ ਲਗਾਏ ਗਏ ਵਿਜੇ ਸਾਂਪਲਾ ਨੇ ਬਿਆਨ ਦਿੱਤਾ ਹੈ। ਵਿਜੇ ਸਾਂਪਲਾ ਦਾ ਕਹਿਣਾ ਹੈ ਕਿ ਜੋ ਜ਼ਿੰਮੇਵਾਰੀ ਉਹਨਾਂ ਨੂੰ ਕੇਂਦਰ ਸਰਕਾਰ ਦੇ ਵੱਲੋਂ ਦਿੱਤੀ ਗਈ ਹੈ ਉਸ ਜ਼ਿੰਮੇਵਾਰੀ ਦੇ ਉੱਤੇ ਉਹ ਖਰੇ ਉਤਰਨਗੇ ਤੇ ਨਾਲ ਹੀ ਹਰ ਇੱਕ ਨੂੰ ਇਨਸਾਫ ਦਿਵਾਇਆ ਜਾਵੇਗਾ ਜੋ ਲਗਾਤਾਰ ਹੁਣ ਤੱਕ ਇਨਸਾਫ ਦੀ ਉਡੀਕ ਦੇ ਵਿੱਚ ਬੈਠੇ ਨੇ। ਮੈਂ ਜਲਦੀ ਇੱਕ ਅੱਧੇ ਦਿਨ 'ਚ ਹੀ ਅਹੁਦਾ ਸੰਭਾਲ ਰਿਹਾ ਔਰ ਵਿਸ਼ੇਸ਼ ਰੂਪ 'ਚ ਮੈਂ ਇਸ ਅਹੁਦਾ ਸੰਭਾਲਣ ਤੋਂ ਪਹਿਲਾਂ ਆਪਣੇ ਹਾਈ ਕਮਾਂਡ ਦਾ ਵੀ ਧੰਨਵਾਦ ਕਰਾਂਗਾ ਔਰ ਵਿਸ਼ੇਸ਼ ਰੂਪ 'ਚ ਦੇਸ਼ ਦੇ ਮਾਨਯ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਜੀ ਔਰ ਦੇਸ਼ ਦੇ ਪ੍ਰਧਾਨ ਮੰਤਰੀ ਮਾਨਯ ਸ਼੍ਰੀ ਨਰਿੰਦਰ ਮੋਦੀ ਜੀ ਦਾ ਔਰ ਹਾਈ ਕਮਾਂਡ ਦਾ ਮੈਂ ਧੰਨਵਾਦ ਕਰਾਂਗਾ ਕਿ ਜਿਨ੍ਹਾਂ ਨੇ ਮੈਨੂੰ ਇਸ ਬਹੁਤ ਵੱਡੀ ਜ਼ਿੰਮੇਵਾਰੀ ਦੇ ਲਈ ਯੋਗ ਸਮਝਦੇ ਹੋਏ ਮੈਨੂੰ ਇਹ ਦਾਇਿਤਵ ਦਿੱਤਾ ਹੈ। ਸੋ ਮੈਂ ਉਹਨਾਂ ਦਾ ਜਿੱਥੇ ਧੰਨਵਾਦ ਕਰਦਾ ਉੱਥੇ ਉਹਨਾਂ ਨੂੰ ਵੀ ਵਿਸ਼ਵਾਸ ਦਿਲਾਉਣਾ ਚਾਹਾਂਗਾ ਕਿ ਜਿਹੜਾ ਦਾਇਿਤਵ ਦਿੱਤਾ ਹੈ ਉਸ ਨੂੰ ਮੈਂ ਬਾਖੂਬੀ ਨਿਭਾਵਾਂ ਔਰ ਕੱਲ੍ਹ ਨੂੰ ਉਹਨਾਂ ਨੂੰ ਮੇਰੇ 'ਤੇ ਗਰਵ ਹੋਵੇ ਕਿ ਅਸੀਂ ਜਿਸ ਨੂੰ ਦਾਇਿਤਵ ਦਿੱਤਾ ਹੈ ਉਹ ਉਹਨਾਂ ਨੂੰ ਇਸ ਚੀਜ਼ ਦਾ ਆਪਣੇ 'ਤੇ ਮਾਣ ਹੋਵੇ। ਐਸਾ ਮੈਂ ਆਪਣੇ ਵੱਲੋਂ ਪ੍ਰਯਾਸ ਹਮੇਸ਼ਾ ਕਰਦਾ ਹਾਂ। ਕੀ ਪ੍ਰਾਇੋਰਟੀਜ਼ ਰਹਿਣ ਵਾਲੀਆਂ ਨੇ ਕਿਉਂਕਿ ਬੜਾ ਵੱਡੀ ਜ਼ਿੰਮੇਵਾਰੀ ਹੈ, ਸੰਵਿਧਾਨਿਕ ਪਦ ਰਹਿਣ ਵਾਲਾ? ਦੇਖੋ ਬਹੁਤ ਵੱਡੀ ਜ਼ਿੰਮੇਵਾਰੀ ਹੈ। ਸੰਵਿਧਾਨਿਕ ਪਦ ਦੇ ਨਾਲ ਨਾਲ ਸੰਵਿਧਾਨਿਕ ਮਰਿਆਦਾ ਦਾ ਵੀ ਇਹਦੇ ਵਿੱਚ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਲਈ ਇੰਨਾ ਹੀ। ਫਿਰ ਮੁੜ ਹਾਜ਼ਰ ਹੁੰਦੇ ਆ ਨਵੀਆਂ ਤੇ ਤਾਜ਼ਾ ਅਪਡੇਟਸ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।